ਸਤਿ ਸ਼੍ਰੀ ਅਕਾਲ ਜੀ। ਮੈਂ ਉਮਰ ਵਿੱਚ 40 ਸਾਲ ਦੀ ਹਾਂ। ਮੇਰੇ ਘਰ ਦੇ ਸਾਹਮਣੇ ਇੱਕ ਬੰਜਰ ਤੇ ਬਹੁਤ ਪੁਰਾਣੀ ਹਵੇਲੀ ਸੀ। ਸਾਡੇ ਪਿੰਡ ਦਾ ਇੱਕ ਬੁੱਢਾ ਆਦਮੀ ਹਵੇਲੀ ਦੇ ਇੱਕ ਗੰਦੇ ਜਿਹੇ ਕਮਰੇ ਵਿੱਚ ਬਿਮਾਰ ਔਰਤਾਂ ਨੂੰ ਭੇਜਦਾ ਸੀ ਅਤੇ 7 ਦਿਨਾਂ ਦੇ ਬਾਅਦ ਉਹ ਬਿਲਕੁਲ ਸਹੀ ਸਲਾਮਤ ਬਾਹਰ ਆ ਜਾਂਦੀਆਂ ਸੀ। ਬੁੱਢਾ ਆਦਮੀ ਸਿਰਫ ਔਰਤਾਂ ਦਾ ਇਲਾਜ ਕਰਦਾ ਸੀ। ਇੱਕ ਦਿਨ ਮੈਂ ਖੁਦ ਕਮਰੇ ਵਿੱਚ ਜਾਣ ਲੱਗੀ ਤਾਂ ਮੰਮੀ ਨੇ ਮੈਨੂੰ ਫੜ ਕੇ ਬਹੁਤ ਕੁੱਟਿਆ ਅਤੇ ਕਿਹਾ, ਖਬਰਦਾਰ ਜੇ ਇਸ ਕਮਰੇ ਦੇ ਆਸੇ-ਪਾਸੇ ਵੀ ਦਿਖੀ ਤਾਂ ਮੈਂ ਤੇਰੀਆਂ ਲੱਤਾਂ ਤੋੜ ਦੇਵਾਂਗੀ। ਇੱਕ ਦਿਨ ਮੈਂ ਬਿਮਾਰ ਸੀ ਤੇ ਸੋਚਿਆ ਕਿ ਮੈਂ ਬੁੱਢੇ ਆਦਮੀ ਦੇ ਉਸ ਗੰਦੇ ਜਿਹੇ ਕਮਰੇ ਵਿੱਚ ਜਾਂਦੀ ਹਾਂ ਤੇ ਠੀਕ ਹੋ ਜਾਵਾਂਗੀ। ਪਰ ਜਿਵੇਂ ਹੀ ਮੈਂ ਉਸ ਕਮਰੇ ਵਿੱਚ ਗਈ ਤਾਂ ਮੇਰੀ ਰੂਹ ਕੰਬ ਗਈ, ਕਿਉਂਕਿ ਉੱਥੇ ਤਾਂ ਮੇਰਾ ਨਾਮ ਸਿੰਮੀ ਹੈ। ਮੇਰੀ ਉਮਰ 13 ਸਾਲ ਦੀ ਹੈ। ਸਾਡੇ ਪਿੰਡ ਦਾ ਇੱਕ ਬੁੱਢਾ ਆਦਮੀ ਪਿੰਡ ਦਾ ਛੋਟਾ ਜਿਹਾ ਡਾਕਟਰ ਸੀ। ਸਾਡੇ ਘਰ ਦੇ ਸਾਹਮਣੇ ਇੱਕ ਬਹੁਤ ਵੱਡੀ ਹਵੇਲੀ ਸੀ, ਪਰ ਉਸ ਦਾ ਇੱਕ ਕਮਰਾ ਅਜਿਹਾ ਸੀ ਜਿੱਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਮੇਰੀ ਉਮਰ ਉਸ ਸਮੇਂ ਘੱਟ ਸੀ, ਇਸ ਲਈ ਮੇਰੇ ਦਿਲ ਵਿੱਚ ਹਮੇਸ਼ਾ ਇਹ ਜਾਣਨ ਦੀ ਇੱਛਾ ਰਹਿੰਦੀ ਕਿ ਆਖਿਰ ਇਸ ਕਮਰੇ ਵਿੱਚ ਕੀ ਹੁੰਦਾ। ਉਹ ਕਮਰਾ ਉਸ ਬੁੱਢੇ ਆਦਮੀ ਦਾ ਸੀ, ਬਲਕਿ ਬਹੁਤ ਵੱਡਾ ਹਾਲ ਸੀ ਜਿਸ ਨੂੰ ਬਹੁਤ ਵੱਡਾ ਗੇਟ ਲੱਗਿਆ ਹੋਇਆ ਸੀ। ਮੈਂ ਸਾਰਾ ਦਿਨ ਇੱਧਰ ਉੱਧਰ ਘੁੰਮਦੀ ਰਹਿੰਦੀ, ਕਿਉਂਕਿ 4 ਭਾਈਆਂ ਦੀ ਮੈਂ ਇਕੱਲੀ ਭੈਣ ਸੀ, ਇਸ ਲਈ ਬਹੁਤ ਜ਼ਿਆਦਾ ਲਾਡਲੀ ਸੀ। ਪਰ ਉਸ ਕਮਰੇ ਵਿੱਚ ਜਾਣ ਦੀ ਮੈਨੂੰ ਵੀ ਇਜਾਜ਼ਤ ਨਹੀਂ ਸੀ। ਮੇਰੀ ਮੰਮੀ ਕਹਿੰਦੀ ਕਿ ਤੂੰ ਉਸ ਕਮਰੇ ਦੇ ਕੋਲ ਵੀ ਨਹੀਂ ਜਾਣਾ, ਕਿਉਂਕਿ ਇਹ ਗੰਦਾ ਕਮਰਾ, ਇਸ ਵਿੱਚ ਫਾਲਤੂ ਸਮਾਨ ਰੱਖਿਆ ਗਿਆ। ਉਸ ਕਮਰੇ ਵਿੱਚ ਉਹ ਬੁੱਢਾ ਆਦਮੀ ਔਰਤਾਂ ਨੂੰ ਭੇਜਦਾ ਸੀ ਤੇ 7 ਦਿਨ ਤੱਕ ਔਰਤਾਂ ਉੱਥੇ ਕਮਰੇ ਵਿੱਚ ਹੀ ਰਹਿੰਦੀਆਂ ਸੀ। 7 ਦਿਨਾਂ ਬਾਅਦ ਵਾਪਸ ਆਉਂਦੀਆਂ ਤੇ ਫਿਰ ਆਪਣੇ ਘਰ ਨੂੰ ਚਲੀਆਂ ਜਾਂਦੀਆਂ। ਇੱਕ ਦਿਨ ਸਵੇਰੇ ਮੈਨੂੰ ਇੱਕ ਔਰਤ ਦੇ ਰੋਣ ਦੀ ਆਵਾਜ਼ ਆਈ। ਮੈਂ ਵੇਖਿਆ ਕਿ ਉਹ ਔਰਤ ਉਸ ਬੁੱਢੇ ਆਦਮੀ ਆਪਣੀ ਹਵੇਲੀ ਦੇ ਵਿਹੜੇ ਵਿੱਚ ਬੈਠਾ ਸੀ ਤੇ ਇੱਕ ਔਰਤ ਉਸ ਦੇ ਕਦਮਾਂ ਵਿੱਚ ਬੈਠੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਵੀ ਇਸ ਕਮਰੇ ਵਿੱਚ ਭੇਜ ਦਿਓ। ਤੁਹਾਨੂੰ ਉੱਪਰ ਵਾਲੇ ਦਾ ਵਾਸਤਾ, ਮੈਂ ਬਹੁਤ ਪਰੇਸ਼ਾਨ ਹਾਂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬੁੱਢਾ ਆਦਮੀ ਉਸ ਨੂੰ ਕਹਿਣ ਲੱਗਾ ਕਿ ਬੇਟੀ, ਗੱਲ ਤਾਂ ਸਮਝ, ਤੈਨੂੰ ਮਨਾ ਨਹੀਂ ਕਰ ਰਿਹਾ, ਤੂੰ ਅਗਲੇ ਹਫਤੇ ਆ ਜਾਣਾ। ਉਹ ਕਹਿਣ ਲੱਗੀ, ਮੈਨੂੰ ਘਰ ਤੋਂ ਅੱਜ ਹੀ ਇਜਾਜ਼ਤ ਮਿਲੀ ਆ, ਅਗਲੇ ਹਫਤੇ ਮੈਨੂੰ ਕਿਸੇ ਨੇ ਇਜਾਜ਼ਤ ਨਹੀਂ ਦੇਣੀ। ਕਿਰਪਾ ਕਰਕੇ ਮੈਨੂੰ ਉਸ ਕਮਰੇ ਵਿੱਚ ਜਾਣ ਦਿਓ। ਮੈਂ ਘਰ ਦੇ ਅੰਦਰ ਖੜੀ ਸੀ, ਪਰ ਮੈਨੂੰ ਆਵਾਜ਼ ਆ ਰਹੀ ਸੀ। ਮੈਂ ਲੁਕ ਕੇ ਇਹ ਸਭ ਦੇਖ ਰਹੀ ਸੀ। ਫਿਰ ਉਹ ਔਰਤ ਬੁਰੀ ਤਰ੍ਹਾਂ ਚੀਕਣ ਲੱਗੀ। ਉਸ ਆਦਮੀ ਨੇ ਕਿਹਾ, ਰੌਲਾ ਨਾ ਪਾ, ਮੈਂ ਤੇਰੇ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਦਾ। ਜਗ੍ਹਾ ਬਣਾਉਣ ਦਾ ਕੀ ਮਤਲਬ ਸੀ ਕਿ ਉਹ ਕਮਰਾ ਔਰਤਾਂ ਨਾਲ ਭਰਿਆ ਹੋਇਆ ਸੀ। ਉਸ ਕਮਰੇ ਵਿੱਚ ਅਜਿਹਾ ਵੀ ਕੀ ਸੀ। ਮੈਂ ਹਾਲੇ ਸੋਚ ਹੀ ਰਹੀ ਸੀ ਕਿ ਮੈਨੂੰ ਪਿੱਛੇ ਤੋਂ ਆ ਕੇ ਹਲਕਾ ਜਿਹਾ ਸਿਰ 'ਤੇ ਥੱਪੜ ਪਿਆ ਅਤੇ ਮੇਰੀ ਮਾਂ ਨੇ ਕਿਹਾ ਕਿ ਤੂੰ ਇੱਥੇ ਕੀ ਕਰ ਰਹੀ ਆਂ, ਮੈਂ ਤੈਨੂੰ ਮਨਾ ਕੀਤਾ ਸੀ ਨਾ। ਮੈਂ ਕਿਹਾ, ਮੈਂ ਕੁਝ ਨਹੀਂ ਕਰ ਰਹੀ ਮੰਮੀ, ਹਮੇਸ਼ਾ ਮੈਨੂੰ ਉਸ ਕਮਰੇ ਦੇ ਕੋਲ ਜਾਣ ਤੋਂ ਮਨਾ ਕਰਦੀ ਰਹਿੰਦੀ, ਮੈਨੂੰ ਨਿੱਕੀਆਂ ਗੱਲਾਂ ਤੋਂ ਰੋਕਦੀ ਰਹਿੰਦੀ। ਮੇਰੇ ਭਰਾ ਤਾਂ ਸਭ ਕੁਝ ਕਰਦੇ ਫਿਰਦੇ ਸੀ, ਇਸ ਲਈ ਮੈਂ ਵੀ ਸਭ ਕੁਝ ਕਰਨਾ ਚਾਹੁੰਦੀ ਸੀ। ਪਰ ਮੇਰੀ ਮਾਂ ਕਹਿੰਦੀ ਕਿ ਤੂੰ ਹਰ ਜਗ੍ਹਾ ਨਹੀਂ ਜਾ ਸਕਦੀ। ਪਰ ਇਨਸਾਨ ਦੀ ਫਿਤਰਤ ਹੁੰਦੀ ਆ ਨਾ ਕਿ ਜਿਸ ਕੰਮ ਤੋਂ ਉਸ ਨੂੰ ਰੋਕਿਆ ਜਾਵੇ ਉਹੀ ਕੰਮ ਕਰਨ ਬਾਰੇ ਉਹ ਸੋਚਦਾ। ਮੈਂ ਵੀ ਹੁਣ ਜਿੱਦ ਫੜ ਲਈ ਸੀ ਕਿ ਮੈਂ ਜਾਣ ਕੇ ਹੀ ਰਹਾਂਗੀ ਉਸ ਕਮਰੇ ਵਿੱਚ ਕੀ ਹੁੰਦਾ ਆ। ਇੱਕ ਦਿਨ ਮੇਰੇ ਕੋਲ ਮੇਰੀ ਸਹੇਲੀ ਆਈ ਤੇ ਕਹਿਣ ਲੱਗੀ ਕਿ ਆ ਜਾ ਆਪਾਂ ਖੇਡੀਏ, ਮੈਂ ਪੂਰਾ ਦਿਨ ਅੱਜ ਤੇਰੇ ਘਰ ਹੀ ਰਹਾਂਗੀ। ਮੈਂ ਉਸ ਨੂੰ ਕਿਹਾ ਕਿ ਤੈਨੂੰ ਕਿਵੇਂ ਇਜਾਜ਼ਤ ਮਿਲ ਗਈ ਮੇਰੇ ਘਰ ਰਹਿਣ ਦੀ, ਅੱਗੇ ਤਾਂ ਤੇਰੇ ਘਰ ਦੇ ਤੈਨੂੰ ਸਾਡੇ ਘਰ ਆਉਣ ਨਹੀਂ ਦਿੰਦੇ ਸੀ। ਤਾਂ ਉਸਨੇ ਦੱਸਿਆ ਕਿ ਮੇਰੀ ਮਾਂ ਕਿਤੇ ਗਈ ਹੋਈ ਆ 7 ਦਿਨ ਦੇ ਲਈ ਇਲਾਜ ਕਰਾਉਣ। ਪਾਪਾ ਵੀ ਸੁਬਾਹ ਕੰਮ 'ਤੇ ਚਲੇ ਜਾਂਦੇ ਆ, ਇਸ ਲਈ ਮੈਂ ਮੌਕਾ ਵੇਖ ਕੇ ਆ ਗਈ। ਮੈਂ ਕਿਹਾ, ਫਿਰ ਤਾਂ 7 ਦਿਨ ਦੇ ਲਈ ਲੱਗਦਾ ਹੈ ਤੇਰੀ ਮਾਂ ਉਸ ਸਾਹਮਣੇ ਵਾਲੀ ਹਵੇਲੀ ਵਿੱਚ ਆਈ ਹੋਵੇਗੀ। ਉਹ ਹੈਰਾਨ ਹੋਈ ਕਿ ਮੇਰੀ ਮਾਂ ਉਸ ਖੰਡਰ ਹਵੇਲੀ ਵਿੱਚ ਕਿਉਂ ਆਵੇਗੀ, ਉਹ ਤਾਂ ਕਿਸੇ ਹੋਰ ਸ਼ਹਿਰ ਵਿੱਚ ਗਈ ਹੋਈ ਆ। ਮੈਂ ਕਿਹਾ, ਤੈਨੂੰ ਝੂਠ ਬੋਲਿਆ, ਅੱਜ ਕੱਲ੍ਹ ਜੋ ਵੀ ਔਰਤ 7 ਦਿਨ ਦੇ ਲਈ ਗਾਇਬ ਹੁੰਦੀ ਆ ਉਹ ਇਸ ਹਵੇਲੀ ਵਿੱਚ ਹੀ ਆਉਂਦੀ ਆ। ਉਹ ਬੁੱਢਾ ਆਦਮੀ ਉਸ ਦਾ ਕੋਈ ਇਲਾਜ ਕਰਦਾ ਆ। ਉਹ ਕਮਰਾ ਵੇਖ ਰਹੀ ਆ, ਉੱਥੇ ਛੱਡ ਦਿੰਦਾ ਆ ਉਹਨਾਂ ਨੂੰ 7 ਦਿਨਾਂ ਦੇ ਲਈ। ਫਿਰ ਉਸ ਕਮਰੇ ਵਿੱਚ ਖਾਣਾ ਵੀ ਜਾਂਦਾ ਤੇ ਪਾਣੀ ਵੀ ਤੇ ਬਾਕੀ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਵੀ। ਉਹ ਕਹਿਣ ਲੱਗੀ, ਫਿਰ ਤੇ ਮੈਂ ਆਪਣੀ ਮੰਮੀ ਨੂੰ ਮਿਲਣਾ।
ਮੈਨੂੰ ਉਸ ਦੀ ਬੜੀ ਯਾਦ ਆ ਰਹੀ ਆ। ਚੱਲ ਆਪਾਂ ਅੰਦਰ ਚੱਲਦੇ ਹਾਂ। ਮੈਂ ਕਿਹਾ ਇੰਨੀ ਚੰਗੀ ਕਿਸਮਤ ਨਹੀਂ ਆਪਣੀ, ਉੱਥੇ ਕਿਸੇ ਬੱਚੇ ਨੂੰ ਨਹੀਂ ਜਾਣ ਦਿੰਦੇ। ਉਸਨੇ ਕਿਹਾ ਜਾਣ ਨਹੀਂ ਦਿੰਦੇ ਤਾਂ ਕੀ ਹੋਇਆ, ਆਪਾਂ ਚਲੇ ਜਾਵਾਂਗੇ। ਆਪਾਂ ਕਿਹੜਾ ਉਹਨਾਂ ਨੂੰ ਦੱਸ ਕੇ ਜਾਣਾ ਕਿ ਅਸੀਂ ਅੰਦਰ ਜਾ ਰਹੀਆਂ। ਮੈਂ ਕਿਹਾ ਹਾਂ ਗੱਲ ਤਾਂ ਤੇਰੀ ਸਹੀ ਆ, ਪਰ ਜੇ ਫੜੀਆਂ ਗਈਆਂ ਤਾਂ ਬੜੀ ਕੁੱਟ ਪਊਗੀ। ਉਹ ਕਹਿਣ ਲੱਗੀ ਕੁਝ ਨਹੀਂ ਹੁੰਦਾ, ਜਾਨ ਤੋਂ ਤਾਂ ਨਹੀਂ ਮਾਰ ਦੇਣਗੇ। ਮੈਂ ਆਪਣੀ ਮੰਮੀ ਨੂੰ ਮਿਲਣਾ ਆ, ਮੈਂ ਉਸ ਨਾਲ ਗੱਲ ਕਰਨੀ ਆ, ਪੁੱਛਣਾ ਆ ਉਸ ਤੋਂ ਕਿ ਉਸ ਨੂੰ ਅਜਿਹੀ ਕਿਹੜੀ ਬਿਮਾਰੀ ਆ ਕਿ ਉਹ 7 ਦਿਨ ਘਰ ਤੋਂ ਬਾਹਰ ਚਲੀ ਗਈ। ਛੋਟੇ ਛੋਟੇ ਭੈਣ ਭਰਾਵਾਂ ਨੂੰ ਮੇਰੇ ਹਵਾਲੇ ਕਰਕੇ ਪੂਰਾ ਦਿਨ ਕੰਮ ਕਰਦੀ ਥੱਕ ਜਾਂਦੀ ਆ। ਯਾਰ ਤੂੰ ਮੇਰੀ ਮਦਦ ਕਰ। ਮੈਂ ਆਪਣੀ ਸਹੇਲੀ ਦੇ ਕਹਿਣ 'ਤੇ ਉਸ ਕਮਰੇ ਦੇ ਕਰੀਬ ਚਲੀ ਗਈ ਅਤੇ ਪੌੜੀ ਲਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਮੇਰੀ ਸਹੇਲੀ ਪੌੜੀ ਨੂੰ ਫੜੀ ਖੜੀ ਸੀ ਕਿ ਮੈਂ ਉੱਪਰ ਚੜ੍ਹ ਗਈ। ਜਿਵੇਂ ਹੀ ਮੈਂ ਅੰਦਰ ਵੇਖਣ ਵਾਲੀ ਸੀ ਤਾਂ ਮੇਰੇ ਕੰਨਾਂ ਵਿੱਚ ਕੁਝ ਸੁਣਿਆ। ਉਹ ਮੇਰੀ ਮੰਮੀ ਦੀ ਆਵਾਜ਼ ਸੀ ਜੋ ਮੇਰੀ ਸਹੇਲੀ ਨੂੰ ਝਿੜਕ ਰਹੀ ਸੀ। ਮੈਨੂੰ ਵੀ ਮੇਰੀ ਮਾਂ ਨੇ ਦੇਖ ਲਿਆ ਅਤੇ ਪੌੜੀ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਮੈਂ ਹੇਠਾਂ ਡੇਗ ਦੇਵਾਂਗੀ, ਜਲਦੀ ਨਾਲ ਹੇਠਾਂ ਆ ਜਾ। ਮੈਂ ਜਲਦੀ ਨਾਲ ਹੇਠਾਂ ਆ ਗਈ। ਮੈਨੂੰ ਪਤਾ ਸੀ ਕਿ ਹੁਣ ਮੇਰੇ ਚੰਗੀ ਕੁੱਟ ਪਵੇਗੀ ਅਤੇ ਉਹੀ ਹੋਇਆ। ਮੰਮੀ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ, ਮੇਰੀ ਸਹੇਲੀ ਨੂੰ ਘਰੋਂ ਭਜਾ ਦਿੱਤਾ। ਸ਼ਾਮ ਨੂੰ ਪਾਪਾ ਨੂੰ ਵੀ ਇਹ ਗੱਲ ਦੱਸੀ ਤਾਂ ਪਾਪਾ ਨੇ ਵੀ ਮੈਨੂੰ ਝਿੜਕਿਆ। ਜਦ ਕਿ ਅੱਜ ਤੱਕ ਮੰਮੀ ਪਾਪਾ ਨੂੰ ਸ਼ਿਕਾਇਤ ਕਰਦੀ ਤਾਂ ਪਾਪਾ ਇਹ ਕਹਿ ਦਿੰਦੇ ਕਿ ਮੇਰੀ ਲਾਡਲੀ ਬੇਟੀ ਆ, ਇਸ ਨੂੰ ਕੁਝ ਨਾ ਕਹੋ। ਪਰ ਅੱਜ ਮੈਨੂੰ ਪਾਪਾ ਨੇ ਬਹੁਤ ਘੂਰਿਆ ਅਤੇ ਕਿਹਾ ਅੱਗੇ ਤੋਂ ਉਸ ਕਮਰੇ ਦੇ ਕੋਲ ਵੀ ਨਾ ਜਾਵੀਂ। ਜਿੰਨਾ ਮੈਨੂੰ ਮੇਰੇ ਮਾਂ-ਬਾਪ ਮਨਾ ਕਰ ਰਹੇ ਸੀ, ਓਨਾ ਹੀ ਮੇਰੇ ਅੰਦਰ ਗੁੱਸਾ ਵੱਧਦਾ ਜਾ ਰਿਹਾ ਸੀ। ਇੱਕ ਦਿਨ ਉਸ ਕਮਰੇ ਅੰਦਰੋਂ ਆਵਾਜ਼ ਆਈ ਅਤੇ ਇੱਕ ਔਰਤ ਕਹਿ ਰਹੀ ਸੀ ਮੈਂ ਇਸ ਕਮਰੇ ਅੰਦਰ ਨਹੀਂ ਰਹਿਣਾ, ਮੈਨੂੰ ਬਾਹਰ ਜਾਣ ਦਿਓ, ਮੈਂ ਇਹ ਕੰਮ ਨਹੀਂ ਕਰਨਾ। ਅਤੇ ਉਹ ਬੁੱਢਾ ਆਦਮੀ ਵੀ ਬੋਲ ਰਿਹਾ ਸੀ ਕਿ ਬੇਟੀ ਹੁਣ ਆਈ ਹਾਂ ਤਾਂ ਇਹ ਕੰਮ ਕਰਨਾ ਪਵੇਗਾ, ਤੇਰੀ ਵਜ੍ਹਾ ਕਾਰਨ। 4 ਹੋਰ ਔਰਤਾਂ ਨੂੰ ਮੈਂ ਮਨਾ ਕੀਤਾ, ਇੱਥੋਂ ਜਾਣਾ ਬਹੁਤ ਮੁਸ਼ਕਿਲ ਆ, ਇੱਥੇ ਜਗ੍ਹਾ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਅਤੇ ਹੁਣ ਤੂੰ ਇਰਾਦਾ ਨਹੀਂ ਬਦਲ ਸਕਦੀ। ਉਹ ਔਰਤ ਰੋਣ ਲੱਗੀ ਅਤੇ ਮੈਂ ਸੋਚਣ ਲੱਗੀ ਪਤਾ ਨਹੀਂ ਇੱਥੇ ਕੀ ਹੋ ਰਿਹਾ ਹੋਵੇਗਾ। ਇੱਕ ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਸੌਂ ਰਹੀ ਸੀ। ਮੈਂ ਚੀਕਣਾ ਚਲਾਉਣਾ ਸ਼ੁਰੂ ਕਰ ਦਿੱਤਾ। ਮੇਰੇ ਪਾਪਾ ਵੀ ਜਾਗ ਪਏ ਅਤੇ ਮੰਮੀ ਵੀ, ਦੋਨੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ। ਮੈਂ ਮੰਮੀ ਦੇ ਗਲ ਲਾ ਕੇ ਰੋਣ ਲੱਗੀ। ਮੇਰੇ ਪਾਪਾ ਨੇ ਕਿਹਾ ਕੀ ਹੋਇਆ ਇਸ ਨੂੰ? ਤਾਂ ਮੇਰੀ ਮੰਮੀ ਨੇ ਕਿਹਾ ਕਿ ਹਮੇਸ਼ਾ ਇਹ ਉਸ ਕਮਰੇ ਦੇ ਆਸ-ਪਾਸ ਮੰਡਰਾਉਂਦੀ ਰਹਿੰਦੀ ਆ, ਕਿਤੇ ਅੰਦਰ ਝਾਕ ਤਾਂ ਨਹੀਂ ਦੇਖ ਲਿਆ। ਪਾਪਾ ਅਤੇ ਮਾਂ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਡਰ ਸੀ। ਪਾਪਾ ਨੇ ਕਿਹਾ ਜੇ ਅਜਿਹਾ ਹੋਇਆ ਤਾਂ ਇਹ ਸਾਰੀ ਜ਼ਿੰਦਗੀ ਡਰਦੀ ਰਹੇਗੀ। ਮੈਂ ਉਸ ਵਕਤ ਨੀਂਦ ਵਿੱਚ ਨਹੀਂ ਸੀ, ਮੈਂ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਆਖਿਰ ਕੀ ਸੀ ਉਸ ਕਮਰੇ ਵਿੱਚ ਜਿਸ ਨੂੰ ਵੇਖ ਕੇ ਮੈਂ ਸਾਰੀ ਜ਼ਿੰਦਗੀ ਡਰਦੀ? ਫਿਰ ਮੈਂ ਸੋਚਿਆ ਇਹ ਸ਼ਾਇਦ ਮੈਨੂੰ ਇਹ ਆਪਣੇ ਕੋਲ ਰੱਖਣ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ। ਪਰ ਮੈਂ ਇਹ ਜਾਣ-ਬੁੱਝ ਕੇ ਕੀਤਾ ਸੀ ਕਿਉਂਕਿ ਮੈਨੂੰ ਸੀ ਜੇ ਮੈਂ ਇਸ ਤਰ੍ਹਾਂ ਬਿਮਾਰ ਹੋਣ ਦਾ ਬਹਾਨਾ ਬਣਾਉਂਗੀ ਤਾਂ ਇਹ ਮੈਨੂੰ ਉਸ ਕਮਰੇ ਦੇ ਅੰਦਰ ਭੇਜ ਦੇਣਗੇ। ਪਰ ਮੇਰਾ ਸਾਰਾ ਪਲਾਨ ਚੌਪਟ ਹੋ ਜਾਂਦਾ ਸੀ। ਪਰ ਅੱਜ ਮੈਦਾਨ ਬਿਲਕੁਲ ਸਾਫ਼ ਲੱਗ ਰਿਹਾ ਸੀ। ਅੱਜ ਮੈਨੂੰ ਕੋਈ ਵੀ ਰੋਕਣ ਵਾਲਾ ਨਹੀਂ ਸੀ। ਉਹ ਬੁੱਢਾ ਆਦਮੀ ਵੀ ਹਵੇਲੀ ਵਿੱਚ ਨਹੀਂ ਸੀ। ਅੱਜ ਤਾਂ ਕੁਝ ਨੌਕਰ ਵੀ ਛੁੱਟੀ 'ਤੇ ਸੀ। ਦੁਪਹਿਰ ਦਾ ਵਕਤ ਸੀ। ਮੰਮੀ ਆਪਣੇ ਕੰਮ ਕਰਨ ਤੋਂ ਬਾਅਦ ਥੋੜ੍ਹੀ ਦੇਰ ਸੌਂ ਗਈ ਸੀ ਅਤੇ ਮੇਰੇ ਕੋਲ ਉਹੀ ਵਕਤ ਸੀ ਕਿ ਮੈਂ ਅੱਜ ਕਮਰੇ ਵਿੱਚ ਜਾ ਸਕਦੀ ਸੀ। ਮੈਂ ਬਹੁਤ ਆਰਾਮ ਨਾਲ ਗੇਟ ਦੇ ਦੂਜੇ ਪਾਸੇ ਉਤਰ ਗਈ। ਮੈਂ ਉਸ ਕਮਰੇ ਦੇ ਅੰਦਰ ਸੀ। ਦਰਵਾਜ਼ੇ ਦੇ ਅੱਗੇ ਵੱਡਾ ਸਾਰਾ ਪਰਦਾ ਲੱਗਿਆ ਹੋਇਆ ਸੀ। ਪਰਦੇ ਨੂੰ ਪਾਸੇ ਕੀਤਾ ਤਾਂ ਸਾਹਮਣੇ ਹਨੇਰਾ ਸੀ, ਹਾਲਾਂਕਿ ਦਿਨ ਦਾ ਵਕਤ ਸੀ। ਮੈਂ ਕਮਰੇ ਦੇ ਅੰਦਰ ਗਈ ਅਤੇ ਆਸ-ਪਾਸ ਵੇਖਣ ਲੱਗੀ, ਕਿਤੇ ਤਾਂ ਲਾਈਟ ਹੋਵੇਗੀ। ਕਮਰਾ ਬਹੁਤ ਵੱਡਾ ਸੀ। ਇੰਨੇ ਵੱਡੇ ਕਮਰੇ 'ਤੇ ਹਿਸਾਬ ਨਾਲ 4 ਕਮਰੇ ਬਣਾਏ ਜਾ ਸਕਦੇ ਸੀ। ਉਸ ਨੂੰ ਕਮਰਾ ਨਹੀਂ ਕਹਿਣਾ ਚਾਹੀਦਾ, ਉਸ ਨੂੰ ਤਬੇਲਾ ਕਹਿਣਾ ਚਾਹੀਦਾ ਸੀ। ਅਤੇ ਇੰਨੀ ਗੰਦੀ ਬਦਬੂ ਆ ਰਹੀ ਸੀ ਉਸ ਕਮਰੇ ਵਿੱਚੋਂ, ਮੈਂ ਹੈਰਾਨ ਰਹਿ ਗਈ। ਮੈਂ ਆਪਣੇ ਨੱਕ 'ਤੇ ਹੱਥ ਰੱਖ ਲਿਆ। ਜਲਦੀ ਲਾਈਟ ਵਾਲੀ ਸਵਿੱਚ ਲੱਭਣ ਲੱਗੀ। 2 ਤੋਂ 4 ਬਟਨ ਦਬਾਏ ਤਾਂ ਅਚਾਨਕ ਕਮਰੇ ਵਿੱਚ ਰੌਸ਼ਨੀ ਫੈਲ ਗਈ। ਮੈਂ ਜਿਵੇਂ ਹੀ ਲਾਈਟ ਔਨ ਕੀਤੀ ਤਾਂ ਮੇਰੀ ਰੂਹ ਕੰਬ ਗਈ, ਹੱਥ ਪੈਰ ਕੰਬਣ ਲੱਗੇ ਕਿਉਂਕਿ ਜੋ ਮੰਜ਼ਰ ਮੈਂ ਆਪਣੀਆਂ ਅੱਖਾਂ ਨਾਲ ਵੇਖ ਰਹੀ ਸੀ ਉਹ 13 ਸਾਲ ਦੀ ਬੱਚੀ ਦੇ ਲਈ ਬਹੁਤ ਹੀ ਅਜੀਬ ਅਤੇ ਖੌਫਨਾਕ ਮੰਜ਼ਰ ਸੀ। ਕਿਉਂਕਿ ਉੱਥੇ ਬਹੁਤ ਸਾਰੇ ਜਾਨਵਰ ਪਏ ਹੋਏ ਸੀ ਅਤੇ ਉਹਨਾਂ ਦੇ ਸਿਰ ਔਰਤਾਂ ਦੇ ਸੀ। ਉਹ ਸਾਰੀਆਂ ਇਕੱਠੀਆਂ ਬੋਲਣ ਲੱਗੀਆਂ ਕਿ ਡਰ ਨਾ, ਉਰੇ ਆ ਜਾ। ਮੈਂ ਇਹ ਸਭ ਵੇਖ ਕੇ ਮੈਂ ਬੇਹੋਸ਼ ਹੋ ਗਈ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਕਮਰੇ ਵਿੱਚ ਸੀ। ਮੇਰੀ ਮਾਂ ਮੇਰੇ ਸਿਰਹਾਣੇ ਬੈਠੀ ਰੋ ਰਹੀ ਸੀ ਅਤੇ ਬਾਪ ਦੇ ਨਾਲ ਲੜ ਰਹੀ ਸੀ। ਕਹਿ ਰਹੀ ਸੀ ਕੀ ਕਰਦਾ ਰਹਿੰਦਾ ਇਹ ਬੁੱਢਾ ਆਦਮੀ, ਉਹ ਜ਼ਮਾਨੇ ਚਲੇ ਗਏ, ਹੁਣ ਕੌਣ ਅਜਿਹਾ ਕੰਮ ਕਰਾਉਂਦਾ, ਦੂਜਿਆਂ ਨੂੰ ਵੀ ਤੰਗ ਕਰਦੇ ਆ।
घर ਦੇ ਸਾਹਮਣੇ ਇਸ ਤਰ੍ਹਾਂ ਦੀਆਂ ਚੀਜ਼ਾਂ ਰੱਖ ਕੇ ਬੱਚੇ ਦਾ ਧਿਆਨ ਤਾਂ ਜਾਵੇਗਾ ਹੀ ਨਾ। ਜਿੱਥੋਂ ਆਪਾਂ ਰੋਕਾਂਗੇ ਇਸ ਵਿਚਾਰੀ ਨੰਨੀ ਜਿਹੀ ਬੱਚੀ ਦਾ ਕੀ ਕਸੂਰ ਆ। ਮੇਰੀ ਬੇਟੀ ਕਿੰਨਾ ਡਰ ਗਈ। ਜੇ ਉੱਥੇ ਡਰਦੇ ਮਾਰੇ ਪਈ ਪਈ ਮਰ ਜਾਂਦੀ ਤਾਂ ਕੀ ਕਰਦੇ। ਇਸ ਆਦਮੀ ਨੂੰ ਮਨਾ ਕਰ, ਹੁਣ ਇਹ ਪੁਰਾਣੇ ਤਰੀਕੇ ਛੱਡ ਦੇਵੀ, ਇਸ ਦਾ ਬੱਚਿਆਂ 'ਤੇ ਕੀ ਅਸਰ ਪਵੇਗਾ। ਤਾਂ ਮੇਰੇ ਪਾਪਾ ਨੇ ਕਿਹਾ ਕਿ ਇਹ ਚੰਗੀ ਭਲੀ, ਇਹ ਵੱਡੀ ਹੋ ਗਈ, ਹੋਰ 3 ਸਾਲਾਂ ਤੱਕ ਇਹ ਜਵਾਨ ਹੋ ਜਾਵੇਗੀ। ਮੈਂ ਉੱਠੀ ਤੇ ਫਿਰ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਉੱਥੇ ਗਾਵਾਂ ਸੀ, ਉਹ ਉੱਥੇ ਕੀ ਕਰ ਰਹੀਆਂ ਸੀ। ਮੇਰਾ ਡਰ ਦੇ ਮਾਰੇ ਬੁਰਾ ਹਾਲ ਸੀ। ਇੱਕ ਦਿਨ ਉਹ ਬੁੱਢਾ ਆਦਮੀ ਅਤੇ ਮੇਰੇ ਮਾਂ-ਬਾਪ ਦੋਨੋਂ ਮੇਰੇ ਕੋਲ ਬੈਠੇ ਅਤੇ ਉਸ ਆਦਮੀ ਨੇ ਕਿਹਾ ਕਿ ਬੇਟਾ ਤੂੰ ਜਿਸ ਚੀਜ਼ ਤੋਂ ਡਰਦੀ ਆ ਅਸੀਂ ਤੈਨੂੰ ਉਸ ਬਾਰੇ ਦੱਸਦੇ ਹਾਂ ਅਤੇ ਇਸ ਲਈ ਤੈਨੂੰ ਉਸ ਕਮਰੇ ਵਿੱਚ ਜਾਣ ਨਹੀਂ ਦਿੰਦੇ ਸੀ ਕਿ ਕਿਤੇ ਤੂੰ ਡਰ ਨਾ ਜਾਵੇਂ। ਫਿਰ ਵੇਖ ਤੇਰੇ ਨਾਲ ਉਹੀ ਹੋਇਆ। ਬੁੱਢੇ ਆਦਮੀ ਨੇ ਕਿਹਾ ਕਿ ਉਹ ਇੱਕ ਬਹੁਤ ਪੁਰਾਣੀ ਪਰੰਪਰਾ ਹੈ, ਜੋ ਤੂੰ ਵੇਖਿਆ ਉਹ ਇੱਕ ਤਰੀਕਾ ਹੀ ਇਲਾਜ ਦਾ। ਉੱਥੇ ਕੋਈ ਗਾਂ ਨਹੀਂ ਸੀ, ਉੱਥੇ ਸਾਰਿਆਂ ਦੀਆਂ ਸਾਰੀਆਂ ਔਰਤਾਂ ਹੀ ਸੀ। ਦਰਅਸਲ ਇਹ ਤਰੀਕਾ ਹੈ ਇਲਾਜ ਦਾ, ਜਿਸ ਨੂੰ ਕੋਈ ਬਹੁਤ ਜ਼ਿਆਦਾ ਪੁਰਾਣੀ ਬਿਮਾਰੀ ਹੋਵੇ, ਜਿਸ ਨੂੰ ਉਹ ਸਾਲਾਂ ਤੋਂ ਇਲਾਜ ਕਰਾ ਰਿਹਾ ਹੋਵੇ, ਪਰ ਉਹ ਠੀਕ ਨਾ ਹੁੰਦਾ ਹੋਵੇ, ਤਾਂ ਉਹ 7 ਦਿਨ ਦੇ ਲਈ ਉਸ ਨੂੰ ਵੱਡੇ ਜਾਨਵਰ ਦੀ ਖੱਲ ਵਿੱਚ ਪੂਰੀ ਤਰ੍ਹਾਂ ਆਪਣੇ ਆਪ ਨੂੰ ਲਪੇਟ ਕੇ ਰੱਖਣਾ ਹੁੰਦਾ। ਇਹ ਤਰੀਕਾ ਕੋਈ ਆਸਾਨ ਨਹੀਂ, ਇਸ ਵਿੱਚੋਂ ਬਹੁਤ ਬੁਰੀ ਬਦਬੂ ਆਉਂਦੀ ਆ ਜੋ ਉਸ ਔਰਤ ਬਰਦਾਸ਼ਤ ਕਰਨੀ ਹੁੰਦੀ ਆ। ਖਾਣਾ ਵੀ ਉਸ ਨੂੰ ਹਲਕਾ ਹੀ ਖਾਣਾ ਹੁੰਦਾ। ਜ਼ਿਆਦਾਤਰ ਲੋਕ ਇਸ ਨੂੰ ਨਹੀਂ ਕਰਦੇ। ਪੁਰਾਣੇ ਸਮਿਆਂ ਵਿੱਚ ਸਾਰੇ ਲੋਕ ਇਸ ਤਰ੍ਹਾਂ ਹੀ ਕਰਦੇ ਸੀ। ਜਿਨ੍ਹਾਂ ਨੂੰ ਚਮੜੀ ਦੇ ਰੋਗ ਹੁੰਦੇ ਸੀ, ਫਿਰ ਲੋਕ ਇਸ ਤੋਂ ਦੂਰ ਹੋਣ ਲੱਗੇ, ਕਿਉਂਕਿ ਇਹ ਕੋਈ ਆਸਾਨ ਕੰਮ ਨਹੀਂ ਸੀ। ਪਰ ਇੱਕ ਵਾਰ ਇਸ ਤਰੀਕੇ ਨਾਲ ਜਿਸ ਦਾ ਸਰੀਰ ਗੁਜ਼ਰ ਜਾਵੇ ਤਾਂ ਉਹ ਇਹ ਸਮਝੇ ਕਿ ਉਹ ਦੁਬਾਰਾ ਪੈਦਾ ਹੋਇਆ, ਉਸ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਲਈ ਮੈਂ ਇਹ ਸਭ ਕਰਵਾਉਂਦਾ, ਕਿਉਂਕਿ ਇਹ ਸਾਡੀ ਪੁਰਾਣੀ ਪਰੰਪਰਾ ਹੈ ਅਤੇ ਇਸ ਨਾਲ ਫਾਇਦਾ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਨਾਲ ਕੋਈ ਆਦਮੀ ਜਾਂ ਔਰਤ ਜਾਨਵਰ ਲਪੇਟ ਕੇ ਬੈਠਾ ਹੋਵੇ ਤਾਂ ਜ਼ਾਹਿਰ ਆ ਕਿ ਅਜੀਬ ਤਾਂ ਲੱਗੂਗਾ ਹੀ। ਇਸ ਲਈ ਤੈਨੂੰ ਉੱਥੇ ਜਾਣ ਨਹੀਂ ਦਿੰਦੇ ਸੀ। ਮੈਂ ਇਹ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ। ਕਿਆ ਵਾਕਿਆ ਹੀ ਉਸ ਨਾਲ ਕੋਈ ਫਾਇਦਾ ਹੁੰਦਾ? ਤਾਂ ਉਸ ਆਦਮੀ ਨੇ ਕਿਹਾ ਕਿ ਹਾਂ, ਬਹੁਤ ਜ਼ਿਆਦਾ ਫਾਇਦਾ ਹੁੰਦਾ, ਪਰ ਇਹ ਕੰਮ ਬਿਲਕੁਲ ਵੀ ਆਸਾਨ ਨਹੀਂ। ਪਹਿਲਾਂ ਇਲਾਜ ਸਿਰਫ ਮਰਦਾਂ ਦੇ ਲਈ ਸੀ, ਕਿਉਂਕਿ ਔਰਤਾਂ ਨੂੰ 7 ਦਿਨ ਦੇ ਲਈ ਇਸ ਤਰ੍ਹਾਂ ਬੈਠੇ ਰਹਿਣਾ ਅਜੀਬ ਜਿਹੀ ਗੱਲ ਲੱਗਦਾ ਸੀ। ਮੈਨੂੰ ਉਸ ਆਦਮੀ ਦੀਆਂ ਗੱਲਾਂ 'ਤੇ ਯਕੀਨ ਤਾਂ ਨਹੀਂ ਆਇਆ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਪਰ ਉਹ ਮੇਰੇ ਨਾਲੋਂ ਵੱਡੇ ਸੀ। ਮੈਨੂੰ ਉਹਨਾਂ ਦੀ ਗੱਲ ਮੰਨਣੀ ਪਈ। ਉਹ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਕੁਝ ਜ਼ਿਆਦਾ ਹੀ ਮੰਨਦੇ ਸੀ। ਹੁਣ ਮੇਰੇ ਮਨ ਅੰਦਰੋਂ ਡਰ ਵੀ ਨਿਕਲ ਗਿਆ ਸੀ। ਮੈਂ ਕਿਹਾ ਤੁਸੀਂ ਜੋ ਕਰਨਾ ਕਰੋ, ਜੇ ਇਸ ਤਰ੍ਹਾਂ ਲੋਕਾਂ ਦਾ ਫਾਇਦਾ ਹੁੰਦਾ ਤਾਂ ਤੁਹਾਨੂੰ ਰੋਕਣਾ ਨਹੀਂ ਚਾਹੀਦਾ। ਪਰ ਮੇਰੇ ਪਾਪਾ ਨੇ ਕਿਹਾ ਕਿ ਹੁਣ ਇਸ ਹਵੇਲੀ ਵਿੱਚ ਇਹ ਕੰਮ ਨਹੀਂ ਹੋਵੇਗਾ, ਕਿਉਂਕਿ ਪਿੰਡ ਵਾਲੇ ਵੀ ਇਸ ਕੰਮ ਦੇ ਖਿਲਾਫ ਹੋ ਰਹੇ ਸੀ, ਕਿਉਂਕਿ ਉਹ ਕਹਿੰਦੇ ਸੀ ਕਿ ਇਹ ਇਲਾਜ ਦਾ ਤਰੀਕਾ ਔਰਤਾਂ ਦੇ ਲਈ ਨਹੀਂ ਹੈ। ਤੁਸੀਂ ਔਰਤਾਂ ਦੇ ਲਈ ਕਿਉਂ ਸ਼ੁਰੂ ਕੀਤਾ? ਅੱਗੇ ਜਾ ਕੇ ਸਾਡੇ ਲਈ ਇਹ ਪ੍ਰੋਬਲਮ ਬਣ ਜਾਵੇਗਾ। ਤੇ ਅੱਜ ਕੱਲ੍ਹ ਤਾਂ ਲੋਕ ਮਰਨ ਮਰਾਉਣ 'ਤੇ ਉਤਰ ਆਉਂਦੇ ਹਨ। ਇਸ ਲਈ ਉਸ ਆਦਮੀ ਨੇ ਇਹ ਪ੍ਰੋਬਲਮ ਨੂੰ ਸਮਝ ਕੇ ਇਸ ਨੂੰ ਖ਼ਤਮ ਕਰ ਦਿੱਤਾ। ਪਰ ਮੈਂ ਜਿਵੇਂ ਜਿਵੇਂ ਵੱਡੀ ਹੋਣ ਲੱਗੀ ਤਾਂ ਉਹ ਬੁੱਢਾ ਆਦਮੀ ਮੈਨੂੰ ਸਭ ਕੁਝ ਦੱਸਦਾ। ਇਹ ਸਭ ਜਿਵੇਂ ਹੁੰਦਾ ਸੀ, ਕਿਸ ਤਰ੍ਹਾਂ ਨਾਲ ਕਰਦੇ ਸੀ, 7 ਦਿਨ ਤੱਕ ਕਿੱਥੇ ਰੱਖਣਾ ਹੁੰਦਾ ਹੈ, ਅਜਿਹੇ ਮਰੀਜ਼ ਨੂੰ ਖਾਣ ਦੇ ਲਈ ਕਿਹੜੀ ਚੀਜ਼ ਦੇਣੀ ਚਾਹੀਦੀ ਸੀ। ਮੈਂ ਇਹ ਸਾਰੀਆਂ ਚੀਜ਼ਾਂ ਨੂੰ ਆਪਣੀ ਡਾਇਰੀ ਵਿੱਚ ਨੋਟ ਕਰਦੀ ਗਈ। ਵੱਡੀ ਹੋ ਕੇ ਮੈਂ ਮੈਡੀਕਲ ਦੀ ਸਟੂਡੈਂਟ ਬਣੀ ਤੇ ਉਹ ਆਦਮੀ ਗੁਜ਼ਰ ਗਿਆ। ਮੈਂ ਉਸ ਆਦਮੀ ਵੱਲੋਂ ਦੱਸੀਆਂ ਗਈਆਂ ਸਾਰੀਆਂ ਤਕਨੀਕਾਂ ਅਪਣਾਉਂਦੀ। ਹੌਲੀ ਹੌਲੀ ਕਰਕੇ ਮੈਂ ਮੈਡੀਕਲ ਦੀ ਪੜ੍ਹਾਈ ਪੂਰੀ ਕਰ ਲਈ ਤੇ ਉਸ ਪੁਰਾਣੀ ਹਵੇਲੀ ਨੂੰ ਸਾਫ਼ ਕਰਵਾ ਕੇ ਵੱਡਾ ਹਸਪਤਾਲ ਖੋਲ੍ਹ ਲਿਆ, ਕਿਉਂਕਿ ਮੈਂ ਉਸ ਆਦਮੀ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਸੀ। ਹੁਣ ਲੋਕੀ ਉਸ ਇਲਾਜ ਦੇ ਲਈ ਦੂਰੋਂ ਦੂਰੋਂ ਆਉਂਦੇ, ਪਰ ਮੇਰੇ ਘਰ ਵਾਲਿਆਂ ਨੂੰ ਹਾਲੇ ਵੀ ਇਹ ਚੀਜ਼ ਚੰਗੀ ਨਹੀਂ ਲੱਗਦੀ ਸੀ। ਲੋਕ ਇਸ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ, ਪਰ ਹੁਣ ਜ਼ਮਾਨਾ ਉਹ ਨਹੀਂ ਰਿਹਾ ਸੀ। ਕਾਨੂੰਨ ਵੀ ਮੈਨੂੰ ਨਹੀਂ ਰੋਕ ਸਕਦਾ ਸੀ, ਕਿਉਂਕਿ ਇਹ ਕੋਈ ਗਲਤ ਕੰਮ ਨਹੀਂ ਸੀ। ਕਈ ਤਰੀਕੇ ਇਲਾਜ ਦੇ ਅਜੀਬੋ ਗਰੀਬ ਹੁੰਦੇ ਆ, ਇਸ ਤੋਂ ਵੀ ਖਤਰਨਾਕ ਹੁੰਦੇ ਆ। ਇਹ ਤਾਂ ਕੁਝ ਵੀ ਨਹੀਂ ਸੀ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਸ ਚੀਜ਼ ਨਾਲ ਮੈਂ ਬੁਰੀ ਤਰ੍ਹਾਂ ਡਰ ਗਈ ਸੀ, 7-8 ਦਿਨ ਤੱਕ ਮੇਰੀ ਹਾਲਤ ਗੰਭੀਰ ਰਹੀ, ਅੱਜ ਉਹੀ ਮੇਰੇ ਰੁਜ਼ਗਾਰ ਦਾ ਸਾਧਨ ਸੀ। ਸੋ ਦੋਸਤੋ, ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਧੰਨਵਾਦ ਜੀ।